ਖੇਤੀਬਾੜੀ ਸਾਡਾ ਕੀਤਾ ਆ ਤੇ ਬ੍ਰਦਰ ਨੇ ਐਮਐਸਸੀ ਐਗਰੀਕਲਚਰ ਹੀ ਕੀਤੀ ਸੀਗੀ ਤੇ ਇਹਦੇ ਨਾਲ ਹੀ ਰਿਲੇਟਡ ਕੋਈ ਕੰਮ ਕਰਨਾ ਚਾਹੁੰਦੇ ਸੀਗੇ ਤੇ ਉਹ ਸ਼ੁਰੂ ਤੋਂ ਸਾਡੇ ਦਿਮਾਗ ਦੇ ਵਿੱਚ ਜਾਂ ਬ੍ਰਦਰ ਦੇ ਇਹੀ ਘੁੰਮਦਾ ਸੀਗਾ ਕਿ ਆਪਾਂ ਕੋਈ ਨਾ ਕੋਈ ਆਪਣਾ ਕੰਮ ਸ਼ੁਰੂ ਕਰੀਏ। ਕੋਈ ਵੀ ਕੰਮ ਆਪਣਾ ਜਾਂ ਕੀਤਾ ਸ਼ੁਰੂ ਕਰਦੇ ਨਾ ਉਹਦੇ ਨਾਲ ਆਪਣੇ ਸ਼ੌਂਕ ਹੋਣਾ ਬਹੁਤ ਜ਼ਰੂਰੀ ਆ। ਮਾਤਾ ਪਿਤਾ ਦਾ ਪੂਰਾ ਸਹਿਯੋਗ ਰਿਹਾ ਜੀ। ਉਹਨਾਂ ਨੇ ਕਦੇ ਵੀ ਨਹੀਂ ਇਹ ਕਿਹਾ ਕਿ ਤੁਸੀਂ ਇੰਨਾ ਪੜ੍ਹ ਲਿਖੇ ਹੋ ਜਾਂ ਜੌਬ ਕਰੋ ਜਾਂ ਤੁਸੀਂ ਕਿਤੇ ਤੁਸੀਂ ਵੀ ਮਿਲ ਕੇ ਅੱਜ ਕੱਲ੍ਹ ਲੋਕਾਂ ਦਾ ਇਹ ਵੀ ਰੁਝਾਨ ਆ ਕਿ ਪੜ੍ਹ ਲਿਖ ਕੇ ਬਾਹਰ ਹੀ ਜਾਣਾ ਵੀ ਡਾਲਰ ਹੀ ਕਮਾਉਣੇ ਆ। ਉਹਨਾਂ ਨੇ ਕਦੇ ਵੀ ਸਾਨੂੰ ਡੀਮੋਟਿਵ ਨਹੀਂ ਕੀਤਾ ਕਿ ਤੁਸੀਂ ਹੁਣ ਤੁਹਾਨੂੰ ਇੰਨਾ ਪੜ੍ਹਾਇਆ ਲਿਖਾਇਆ ਜਾਂ ਤੁਸੀਂ ਅਫਸਰ ਹੀ ਲੱਗਣਾ ਜਾਂ ਤੁਸੀਂ ਜੌਬ ਹੀ ਕਰਨੀ ਹੈ। ਮੈਂ ਇੱਕ ਵਾਰੀ ਹਾਸੇ ਵਾਲੀ ਗੱਲ ਦੱਸਦਾ, ਜਦੋਂ ਅਸੀਂ ਕੰਮ ਸ਼ੁਰੂ ਕੀਤਾ ਬ੍ਰਦਰ ਨੇ ਜਾਂ ਇੱਥੇ ਫਾਦਰ ਸਾਹਿਬ ਹੋਰਾਂ ਨੇ ਪੂਰਾ ਇੱਥੇ ਸੈਟਅਪ ਕੀਤਾ, ਨਾਲ ਕਿ ਲੋਕਾਂ ਵੱਲੋਂ ਇਹ ਸੁਣਨ ਨੂੰ ਮਿਲਦਾ ਸੀਗਾ ਕਿ ਮਤਲਬ ਕਿ ਯਾਰ ਤੁਸੀਂ ਇੰਨੇ ਪੜ੍ਹਾ ਲਿਖਾ ਕੇ ਆਪਦੇ ਮੁੰਡਿਆਂ ਨੂੰ ਤੁਸੀਂ ਮਾਲੀ ਬਣਾ ਰਹੇ ਹੋ ਵੀ ਹੁਣ ਮਾਲੀਆਂ ਦਾ ਕੰਮ ਕਰਨਗੇ। ਕਿਉਂਕਿ ਫਾਦਰ ਸਾਹਿਬ ਵੀ ਉਦੋਂ ਮੌਕੇ ਦੇ ਸਰਪੰਚ ਸੀ, ਉਹਨਾਂ ਨੂੰ ਵੀ ਕਹਿੰਦੇ ਸੀ ਵੀ ਤੁਸੀਂ ਹੁਣ ਮਤਲਬ ਕਿ ਤੁਸੀਂ ਮਾਲੀਆਂ ਦਾ ਕੰਮ ਕਰ ਰਹੇ ਹੋ ਜਾਂ ਅਸੀਂ ਤੁਹਾਨੂੰ ਸਰਪੰਚ ਬਣਾਇਆ ਪਿੰਡ ਦਾ। ਨਰਸਰੀ ਤੋਂ ਇੰਨੀ ਕੋਈ ਇਨਕਮ ਅਸੀਂ ਗੇਨ ਕਰਦੇ ਹਾਂ ਵੀ ਇੰਨੀ ਕੋਈ ਇਨਕਮ ਹੋ ਜਾਂਦੀ ਕਿ ਇਹਦੇ ਤੋਂ ਸਾਡੇ ਜਿੰਨੇ ਵੀ ਅਸੀਂ ਪਲਾਂਟਸ ਲਿਆਉਣੇ ਆ ਤੇ ਜਾਂ ਸਾਡੀ ਲੇਬਰ ਦੇ ਖਰਚੇ, ਪਰਿਵਾਰ ਦੇ ਮਤਲਬ ਕਿ ਜੋ ਵੀ ਆਪਣੇ ਘਰੇਲੂ ਲੋੜਾਂ ਹੁੰਦੀਆਂ ਨੇ ਉਹ ਸਾਰੇ ਵੀਰੇ ਮਤਲਬ ਕਿ ਵਧੀਆ ਇਹਨਾਂ ਤੋਂ ਅਸੀਂ ਚੱਲ ਰਹੇ ਹਾਂ ਵੀਰੇ। ਜਦੋਂ PhD ਦੇ ਦੌਰਾਨ ਮੈਂ ਵੀ ਜੌਬ ਕੀਤੀ ਆ, ਪਰ ਇੱਕ ਸੀਗਾ ਕਿ ਆਪ ਨਾਲ ਜਦੋਂ ਕੰਮ ਕਰੀਏ ਨਾ ਤੇ ਰੁਝਾਨ ਇਸ ਪਾਸੇ ਹੋ ਜਾਂਦਾ। ਫੈਮਿਲੀ ਆਪਾਂ ਨੂੰ ਇਹੀ ਪੜ੍ਹਾਉਂਦੇ ਆ ਕਿ ਸਾਡੇ ਪੜ੍ਹ ਕੇ ਚੰਗੀ ਨੌਕਰੀ ਲੱਗਣ ਜਾਂ ਅਫਸਰ ਬਣਨ ਵੱਡੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ। ਵੀਰ ਜੀ ਮੇਰਾ ਨਾਮ ਤਰਨਵੀਰ ਆ ਤੇ ਮੇਰਾ ਪਿੰਡ ਮੂਲਿਆਂ ਵਾਲੀ ਆ। ਇੱਥੋਂ 2 ਕਿਲੋਮੀਟਰ ਦੂਰੀ ਤੇ ਆ ਮੇਰੀ ਨਰਸਰੀ ਤੋਂ ਤੇ ਮੈਂ ਉੱਥੇ ਹੀ ਰਹਿਣਾ ਮੂਲਿਆਂ ਵਾਲੇ ਪਿੰਡ 'ਚ ਜੀ। ਮੇਰੇ 2 ਬ੍ਰਦਰ ਆ, ਇੱਕ ਸਿਸਟਰ ਆ ਤੇ ਮੰਮਾ ਪਾਪਾ ਅਸੀਂ ਸਾਰੇ ਪਿੰਡ 'ਚ ਹੀ ਰਹਿੰਦੇ ਆ ਜੀ ਤੇ ਸਾਡਾ ਖੇਤੀਬਾੜੀ ਨਾਲ ਜੁੜਿਆ ਹੋਇਆ ਪਰਿਵਾਰ ਹੈ ਜੀ। ਬ੍ਰਦਰ ਮੈਂ ਮਾਸਟਰ ਕੀਤੀ ਹੋਈ ਆ, MEd ਕੀਤੀ ਹੋਈ ਆ ਤੇ ਫਿਰ ਉਸ ਤੋਂ ਬਾਅਦ ਮੈਂ PhD ਵੀ ਕੀਤੀ ਹੋਈ ਹੈ ਜੀ। ਕੋਈ ਵੀ ਕੰਮ ਆਪਣਾ ਜਾਂ ਕੀਤਾ ਸ਼ੁਰੂ ਕਰਦੇ ਨਾ ਉਹਦੇ ਨਾਲ ਆਪਣੇ ਸ਼ੌਂਕ ਹੋਣਾ ਬਹੁਤ ਜ਼ਰੂਰੀ ਆ। ਪਰ ਇਹਦੇ ਨਾਲ ਸ਼ੌਂਕ ਕਿਵੇਂ ਜੁੜਿਆ, ਹੋਰ ਕਿਵੇਂ ਵਧਿਆ ਕੰਮ ਹੈ, ਕਿਉਂਕਿ ਜਿਹੜੀ ਵੱਡੇ ਬ੍ਰਦਰ ਦੀ ਮੇਰੇ ਵੱਡਾ ਬ੍ਰਦਰ ਆ ਉਹਨਾਂ ਨੇ MSc ਐਗਰੀਕਲਚਰ ਕੀਤੀ ਹੋਈ ਹੈ ਜੀ ਤੇ ਉਹ ਅਸੀਂ ਉਸੇ ਫੀਲਡ ਦੇ ਨਾਲ ਕਿਉਂਕਿ ਖੇਤੀਬਾੜੀ ਸਾਡਾ ਕੀਤਾ ਆ ਤੇ ਬ੍ਰਦਰ ਨੇ MSc ਐਗਰੀਕਲਚਰ ਹੀ ਕੀਤੀ ਸੀਗੀ ਤੇ ਇਹਦੇ ਨਾਲ ਹੀ ਰਿਲੇਟਡ ਕੋਈ ਕੰਮ ਕਰਨਾ ਚਾਹੁੰਦੇ ਸੀਗੇ ਤੇ ਉਹ ਸ਼ੁਰੂ ਤੋਂ ਸਾਡੇ ਦਿਮਾਗ ਦੇ ਵਿੱਚ ਜਾਂ ਬ੍ਰਦਰ ਦੇ ਇਹੀ ਘੁੰਮਦਾ ਸੀਗਾ ਕਿ ਆਪਾਂ ਕੋਈ ਨਾ ਕੋਈ ਆਪਣਾ ਕੰਮ ਸ਼ੁਰੂ ਕਰੀਏ ਤੇ ਕਿਹੜਾ ਕੰਮ ਸ਼ੁਰੂ ਕਰੀਏ। ਫਿਰ ਹੌਲੀ ਹੌਲੀ ਇਹਨਾਂ ਪੌਦਿਆਂ ਬਾਰੇ ਜਾਣਕਾਰੀ ਰੱਖਣਾ ਜਾਂ ਉਹਨਾਂ ਦਾ ਸ਼ੌਂਕ ਵੀ ਸੀਗਾ ਤੇ ਇਹ ਇੱਥੇ ਉਹਨਾਂ ਨੇ ਡਿਵੈਲਪ ਕੀਤੀ ਆ ਨਰਸਰੀ ਤੇ ਮੇਰਾ ਵੀ ਉਹਨਾਂ ਦੇ ਨਾਲ ਇੱਥੇ ਹੀ ਰੁਝਾਨ ਸੀਗਾ ਕਿ ਮੈਂ ਉਹਨਾਂ ਦੇ ਨਾਲ ਇੱਥੇ ਰਹਿੰਦਾ ਸੀਗਾ ਤੇ ਉੱਥੋਂ ਮੈਂ ਜਾਣਕਾਰੀ ਉਹਨਾਂ ਤੋਂ ਕਾਫੀ ਗੇਨ ਕੀਤੀ ਆ ਤੇ ਹੌਲੀ ਹੌਲੀ ਮੈਨੂੰ ਵੀ ਇਸ ਫੀਲਡ ਦਾ ਪੂਰਾ ਤਜਰਬਾ ਹੋ ਗਿਆ ਤੇ ਹੁਣ ਅਸੀਂ ਇੱਕ ਨਰਸਰੀ ਹੋਰ ਆਪਣੀ ਜਿਹੜੀ ਮੋਹਾਲੀ ਬਣਾਈ ਹੋਈ ਹੈ ਸੈਕਟਰ 117 'ਚ, ਉੱਥੇ ਵੱਡਾ ਬ੍ਰਦਰ ਦੇਖਦੇ ਆ ਤੇ ਇੱਥੇ ਮੈਂ ਦੇਖ ਰਿਹਾ ਜੀ। ਹੁਣ ਨਰਸਰੀ ਕੋਈ ਵੀ ਕੰਮ ਕਰਦੇ ਨਾ ਜੀ, ਹੁਣ ਜਿਵੇਂ ਮੇਰੀ ਫੀਲਡ ਸੀਗੀ, ਮੇਰੀ ਫੀਲਡ ਲਿਟਰੇਚਰ ਨਾਲ ਹੈ ਜੀ। ਮੈਂ ਉਹ ਕੀਤੀ ਹੋਈ ਆ ਪੰਜਾਬੀ, MA ਕੀਤੀ ਆ, ਮਾਸਟਰ ਕੀਤੀ ਆ ਜਾਂ PhD। ਮੇਰਾ ਫੀਲਡ ਇਹ ਹੈ ਨਹੀਂ, ਪਰ ਵੱਡੇ ਬ੍ਰਦਰ ਦਾ ਫੀਲਡ ਇਹ ਸੀਗਾ। ਪਰ ਜਦੋਂ ਅਸੀਂ ਲੀਹ ਤੋਂ ਹਟ ਕੇ ਜਿਵੇਂ ਅਸੀਂ ਜੌਬ ਵੀ ਕਰ ਸਕਦੇ ਸੀ ਤੇ ਉਹਨਾਂ ਨੇ ਕੀਤੀ ਵੀ ਆ, ਪਰ ਉਹ ਵੀ 5 ਸਾਲ ਜੌਬ ਕਰਕੇ ਉਹਨਾਂ ਨੇ ਵੀ ਛੱਡਤੀ, ਪਰ ਸਕੂਲ ਨਹੀਂ ਮਿਲਿਆ ਕਿਤੇ ਵੀ ਜੀ। ਉਹ ਸੋਲਨ ਯੂਨੀਵਰਸਿਟੀ 'ਚ ਕਰਦੇ ਸੀ ਮੇਰੀ ਮਤਲਬ ਕਿ MR ਪਰਮਾਕਰ ਯੂਨੀਵਰਸਿਟੀ ਆ, ਸੋਲਨ ਐਗਰੀਕਲਚਰ ਯੂਨੀਵਰਸਿਟੀ। ਅੱਛਾ ਜੀ। ਉੱਥੇ ਕਰਦੇ ਸੀ ਜੌਬ ਜੀ। ਉਹਨਾਂ ਦੀ 45,000 ਰੁਪਏ ਤਨਖਾਹ ਸੀਗੀ ਜੀ, ਕਿਉਂਕਿ ਉਹਨਾਂ ਨੇ 5 ਸਾਲ ਜੌਬ ਦੇ ਦੌਰਾਨ ਉਹਨਾਂ ਨੂੰ ਸਕੂਨ, ਜਿਵੇਂ ਕਹਿੰਦੇ ਨੇ ਕਿ ਸਕੂਨ ਜਿਹਾ ਨਹੀਂ ਮਿਲਿਆ ਵੀ ਕਿਤੇ ਆਪਾਂ ਸੰਤੁਸ਼ਟੀ ਹੁੰਦੀ ਆ ਵੀ ਆਪਾਂ ਇਹ ਕੰਮ ਕਰ ਰਹੇ ਹਾਂ ਜਾਂ ਆਪਾਂ ਨੂੰ ਬਹੁਤ ਇੰਜੋਏ ਕਰ ਰਹੇ ਹਾਂ ਆਪਾਂ ਇਸ ਫੀਲਡ 'ਚ, ਉਹ ਨਹੀਂ ਹੋਇਆ। ਫਿਰ ਉਹਨਾਂ ਨੇ ਇਹੀ ਸੋਚਿਆ ਕਿ ਆਪਾਂ ਆਪਦਾ ਕੰਮ ਕਰਦੇ ਹਾਂ, ਪਲਾਂਟਸ ਦਾ ਕੰਮ ਕਰਦੇ ਹਾਂ ਤੇ ਫਿਰ ਅਸੀਂ ਨਰਸਰੀ ਬਾਰੇ ਉਹਨਾਂ ਨੇ ਸੋਚਿਆ ਤੇ ਕੀਤਾ ਕੰਮ। PhD ਦੇ ਦੌਰਾਨ ਮੈਂ ਵੀ ਜੌਬ ਕੀਤੀ ਆ, ਪਰ ਇੱਕ ਸੀਗਾ ਕਿ ਆਪ ਨਾਲ ਜਦੋਂ ਕੰਮ ਕਰੀਏ ਨਾ ਤੇ ਰੁਝਾਨ ਇਸ ਪਾਸੇ ਹੋ ਜਾਂਦਾ ਤੇ ਮੈਂ ਉਹਨਾਂ ਦੇ ਨਾਲ ਹੀ ਇੱਥੇ ਰਹਿੰਦਾ ਸੀਗਾ। ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣਾ ਫੈਮਿਲੀ ਆਪਾਂ ਨੂੰ ਇਹੀ ਪੜ੍ਹਾਉਂਦੇ ਆ ਕਿ ਸਾਡੇ ਪੜ੍ਹ ਕੇ ਚੰਗੀ ਨੌਕਰੀ ਲੱਗਣ ਜਾਂ ਅਫਸਰ ਬਣਨ ਵੱਡੇ, ਪਰ ਕਿਤੇ ਨਾ ਕਿਤੇ ਸਕੂਨ ਨਹੀਂ ਮਿਲਿਆ। ਕਿਉਂਕਿ ਅੱਜ ਕੱਲ੍ਹ ਜਿਹੜੀ ਜੌਬ ਆ ਨਾ ਜੀ, ਇਹ ਮਤਲਬ ਕਿ ਥੋੜ੍ਹਾ ਜਿਹਾ ਜੇ ਮੰਨ ਲਓ ਕਿ ਹੁਣ ਕਾਲਜ ਖੋਲ੍ਹੇ ਹੋਏ ਆ, ਸਾਰੇ ਬਿਜ਼ਨਸ ਮਾਈਂਡ ਬੰਦੇ ਆ ਜੀ। ਬਿਜ਼ਨਸ ਮਾਈਂਡ ਤਾਂ ਨਾ ਸੋਚਦੇ ਆ, ਉਹਨਾਂ ਨੂੰ ਸਿਰਫ ਪ੍ਰੋਫਿਟ ਤੇ ਆਪਣੇ ਫਾਈਲ ਵਰਕ ਨਾਲ ਉਹਨਾਂ ਨੂੰ ਕੰਮ ਹੁੰਦਾ ਵੀ ਸਾਡਾ ਫਾਈਲ ਵਰਕ ਕੰਪਲੀਟ ਹੋਣਾ ਚਾਹੀਦਾ।
ਉਹ ਬਰਡਨ ਹੀ ਇੰਨਾ ਕਿ ਬੰਦੇ ਦੇ ਪਾ ਦਿੰਦੇ ਕਿ ਬੰਦੇ ਦੀ ਪਰਸਨਲ ਲਾਈਫ ਹੀ ਖਤਮ ਹੋ ਜਾਂਦੀ ਹੈ। ਮਸ਼ੀਨ ਦੀ ਤਰ੍ਹਾਂ ਕੰਮ ਮਤਲਬ ਕਿ ਲੈਂਦੇ ਆ, ਪਰ ਉਹ ਕਿਤੇ ਨਾ ਕਿਤੇ ਇਹ ਸੀਗਾ, ਫਿਰ ਸੋਚਿਆ ਕਿ ਕਿਉਂਕਿ ਇਹ ਉਹਨਾਂ ਨੇ ਬ੍ਰਦਰ ਨੇ ਕੰਮ ਇੱਥੇ ਕੀਤਾ ਹੋਇਆ ਸੀ ਸਟਾਰਟ, ਫਿਰ ਉਹਨਾਂ ਨੂੰ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਕਿ ਵੀਰੇ ਮੈਨੂੰ ਵੀ ਸਕੂਨ ਜਿਹਾ ਹੈ ਨਹੀਂ ਵੀ ਇਹ ਜੌਬ ਦੇ ਵਿੱਚ ਸਿਸਟਮ, ਕਿਉਂਕਿ ਬਰਡਨ ਇੰਨਾ ਜ਼ਿਆਦਾ ਹੈ ਕਿ ਮਸ਼ੀਨਾਂ ਦੀ ਤਰ੍ਹਾਂ ਕੰਮ ਕਰਦੇ ਆ। ਫਿਰ ਮੈਂ ਵੀ ਉਹਨਾਂ ਦੇ ਨਾਲ ਇੱਥੇ ਇਨਵੋਲਵ ਹੋ ਗਿਆ ਤੇ ਅਸੀਂ ਜਦੋਂ ਮੈਂ ਵੀ ਪੌਦਿਆਂ ਬਾਰੇ ਜਾਣਨਾ ਸ਼ੁਰੂ ਕਰਤਾ, ਇੱਥੇ ਉਹਨਾਂ ਨਾਲ ਰਿਹਾ, ਉਹਨਾਂ ਨੇ ਮੈਨੂੰ ਦੱਸਿਆ, ਹੌਲੀ ਹੌਲੀ ਮੈਨੂੰ ਵੀ ਥੋੜੀ ਨੌਲੇਜ ਇਹਦੇ ਪਾਸੇ ਵਧੀ ਤਾਂ ਮੈਨੂੰ ਵੀ ਇਸ ਕੰਮ 'ਚ ਮੇਰੇ ਸਕੂਨ ਲੱਗਿਆ ਤੇ ਫਿਰ ਮੈਂ ਵੀ ਜੌਬ ਤੋਂ ਰਿਜ਼ਾਈਨ ਕਰਕੇ ਫਿਰ ਮੈਂ ਇੱਥੇ ਹੀ ਆ ਗਿਆ। ਮਾਤਾ ਪਿਤਾ ਦਾ ਪੂਰਾ ਸਹਿਯੋਗ ਰਿਹਾ ਜੀ, ਉਹਨਾਂ ਨੇ ਕਦੇ ਵੀ ਨਹੀਂ ਇਹ ਕਿਹਾ ਕਿ ਤੁਸੀਂ ਇੰਨਾ ਪੜ੍ਹ ਲਿਖੇ ਹੋ ਜਾਂ ਜੌਬ ਕਰੋ ਜਾਂ ਤੁਸੀਂ ਕਿਤੇ ਤੁਸੀਂ ਵੀ ਮਿਲ ਕੇ, ਅੱਜ ਕੱਲ੍ਹ ਲੋਕਾਂ ਦਾ ਇਹ ਵੀ ਰੁਝਾਨ ਆ ਕਿ ਪੜ੍ਹ ਲਿਖ ਕੇ ਬਾਹਰ ਹੀ ਜਾਣਾ ਹੈ ਵੀ ਡਾਲਰ ਹੀ ਕਮਾਉਣੇ ਆ। ਉਹਨਾਂ ਦੇ ਕਦੇ ਮਾਈਂਡ ਨਹੀਂ ਆਇਆ, ਉਹਨਾਂ ਨੂੰ ਇਹੀ ਲੱਗਦਾ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਨਾ ਉਹਦੇ ਵਿੱਚ ਪਰਫੈਕਟ ਹੋਵੋ। ਮੇਨ ਗੱਲ ਨਸ਼ਿਆਂ ਤੋਂ ਬਚੋ, ਨਸ਼ਿਆਂ ਤੋਂ ਬਚੋ ਵੀਰੇ, ਇਹ ਉਹਨਾਂ ਦਾ ਮੇਨ ਆ। ਤੇ ਇਸ ਕਰਕੇ ਵੀਰੇ ਸਾਨੂੰ ਉਹਨਾਂ ਨੇ ਕਦੇ ਵੀ ਸਾਨੂੰ ਡੀਮੋਟਿਵ ਨਹੀਂ ਕੀਤਾ ਕਿ ਤੁਸੀਂ ਹੁਣ ਤੁਹਾਨੂੰ ਇੰਨਾ ਪੜ੍ਹਾਇਆ ਲਿਖਾਇਆ ਜਾਂ ਤੁਸੀਂ ਅਫਸਰ ਹੀ ਲੱਗਣਾ ਜਾਂ ਤੁਸੀਂ ਜੌਬ ਹੀ ਕਰਨੀ ਹੈ। ਸਕੂਨ ਆ ਮੇਰੀ ਜ਼ਿੰਦਗੀ ਤੇ, ਇੱਥੇ ਹੀ ਕਰਦੇ ਆ ਮੇਰੇ ਕੰਮ ਤੇ ਸਕੂਨ। ਮੈਂ ਇੱਕ ਵੀਰੇ ਹਾਸੇ ਵਾਲੀ ਗੱਲ ਦੱਸਦਾ, ਜਦੋਂ ਅਸੀਂ ਕੰਮ ਸ਼ੁਰੂ ਕੀਤਾ ਬ੍ਰਦਰ ਨੇ ਜਾਂ ਇੱਥੇ ਫਾਦਰ ਸਾਹਿਬ ਹੋਰਾਂ ਨੇ ਪੂਰਾ ਇੱਥੇ ਸੈਟਅਪ ਕੀਤਾ ਤੇ ਉਹ ਸਾਨੂੰ ਮਤਲਬ ਕਿ ਲੋਕਾਂ ਵੱਲੋਂ ਇਹ ਸੁਣਨ ਨੂੰ ਮਿਲਦਾ ਸੀਗਾ ਕਿ ਮਤਲਬ ਕਿ ਯਾਰ ਤੁਸੀਂ ਇੰਨੇ ਪੜ੍ਹਾ ਲਿਖਾ ਕੇ ਆਪਦੇ ਮੁੰਡਿਆਂ ਨੂੰ ਤੁਸੀਂ ਮਾਲੀ ਬਣਾ ਰਹੇ ਹੋ ਵੀ ਹੁਣ ਮਾਲੀਆਂ ਦਾ ਕੰਮ ਕਰਨਗੇ। ਪਰ ਅੱਜ ਕੱਲ੍ਹ ਵੀਰੇ ਉਹੀ ਜਿਹੜੇ ਹੈਗੇ ਆ ਉਹ ਇਹੀ ਕਹਿੰਦੇ ਆਣ ਕੇ ਵੀਰੇ ਵੀ ਤੁਹਾਡਾ ਕੰਮ ਵਧੀਆ, ਵੀ ਤੁਸੀਂ ਵਧੀਆ ਸੈਟਅਪ ਕਰ ਲਿਆ ਜਾਂ ਤੁਸੀਂ ਮਤਲਬ ਕਿ ਇਹਦੇ ਵਿੱਚ ਮਤਲਬ ਕਿ ਚੰਗੀ ਤੁਸੀਂ ਕਰ ਰਹੇ ਹੋ ਇਨਕਮ, ਜਾਂ ਕਿਉਂਕਿ ਅਸੀਂ ਵੀਰੇ ਹੁਣ ਇੱਕ ਨਰਸਰੀ ਤੋਂ 2 ਬਣਾ ਲਈਆਂ। ਇਹੀ ਸਾਡਾ ਵੀਰੇ ਮਤਲਬ ਕਿ ਤਜਰਬਾ ਕਹਿ ਲਓ ਜਾਂ ਸਾਡੀ ਇਹਨੂੰ ਡੈਡੀਕੇਟ ਕਹਿ ਲਓ ਵੀ ਅਸੀਂ ਕਿਸ ਸ਼ਿੱਦਤ ਨਾਲ ਲੱਗੇ ਹੋਏ ਹਾਂ ਵੀ ਇਸ ਕੰਮ ਨੂੰ ਅਸੀਂ ਅੱਗੇ ਵਧਾਉਣਾ। ਹੁਣ ਜਿਹੜੇ ਉਹੀ ਲੋਕ ਆ ਵੀਰੇ ਜਿਹੜੇ ਸਾਨੂੰ ਉਦੋਂ ਐਂ ਕਹਿੰਦੇ ਸੀਗੇ, ਉਹੀ ਸਾਨੂੰ ਹੁਣ ਮਤਲਬ ਕਿ ਵੀਰੇ ਇੱਥੇ ਆਣ ਕੇ ਸ਼ਾਬਾਸ਼ ਕਹਿ ਕੇ ਜਾਂਦੇ, ਚੰਗੀ ਗੁੱਡਵਿਲ ਕਹਿ ਕੇ ਜਾਂਦੇ ਵੀ ਤੁਸੀਂ ਚੰਗਾ ਕੰਮ ਕਰ ਰਹੇ ਹੋ ਬ੍ਰਦਰ। ਵੀਰੇ ਉਹ ਸਾਨੂੰ ਨਹੀਂ, ਵੀ ਇਹ ਨਹੀਂ ਕਹਿੰਦੇ ਵੀ ਉਹ ਸਾਨੂੰ, ਉਹ ਤਾਂ ਸਾਡੇ ਫਾਦਰ ਸਾਹਿਬ ਨੂੰ ਵੀ ਕਹਿ ਦਿੰਦੇ ਸੀ, ਕਿਉਂਕਿ ਫਾਦਰ ਸਾਹਿਬ ਵੀ ਉਦੋਂ ਮੌਕੇ ਦੇ ਸਰਪੰਚ ਸੀ, ਉਹਨਾਂ ਨੂੰ ਵੀ ਕਹਿੰਦੇ ਸੀ ਵੀ ਤੁਸੀਂ ਹੁਣ ਮਤਲਬ ਕਿ ਤੁਸੀਂ ਮਾਲੀਆਂ ਦਾ ਕੰਮ ਕਰ ਰਹੇ ਹੋ ਜਾਂ ਅਸੀਂ ਤੁਹਾਨੂੰ ਸਰਪੰਚ ਬਣਾਇਆ ਪਿੰਡ ਦਾ, ਵੀ ਤੁਸੀਂ ਹੁਣ ਆਪਦੇ ਬੱਚਿਆਂ ਨੂੰ ਵੀ ਤੇ ਆਪ ਵੀ ਤੁਸੀਂ ਮਾਲੀਆਂ ਦਾ ਕੰਮ ਕਰੋਗੇ। ਪਰ ਉਹ ਵੀਰੇ ਹੱਸ ਕੇ, ਕਿਉਂਕਿ ਉਹ ਅਕਾਲ ਪੁਰਖ ਜਿਹੜੇ ਵੀ ਪਾਸੇ ਲਾਉਂਦਾ ਨਾ ਆਪਾਂ ਨੂੰ, ਜਾਂ ਆਪਾਂ ਅਕਾਲ ਪੁਰਖ ਦੀ ਮਤਲਬ ਕਿ ਉਹਦੇ ਦੇਖ ਰੇਟ ਚੱਲਦੇ ਆ ਜਾਂ ਉਹ ਸਹੀ ਹੁੰਦਾ ਵੀਰੇ ਹਮੇਸ਼ਾ। ਇੱਕ ਹੁੰਦਾ ਸ਼ੌਂਕ, ਜਦੋਂ ਤੁਹਾਨੂੰ ਪਹਿਲਾਂ ਹੀ ਗੱਲ ਕੀਤੀ ਆ, ਆਪਾਂ ਨੂੰ ਸ਼ੌਂਕ ਆ ਨਾ, ਆਪਾਂ ਨੂੰ ਕਿਸੇ ਕੰਮ 'ਚ ਆਪਾਂ 24 ਘੰਟੇ ਮਤਲਬ ਕਿ 24 ਘੰਟਿਆਂ ਦੇ ਵਿੱਚ 18 ਘੰਟੇ ਵੀ ਦੇ ਦਿਆਂਗੇ ਨਾ ਤੇ ਆਪਾਂ ਨੂੰ ਬਰਡਨ ਨਹੀਂ ਲੱਗੂਗਾ ਇਸ ਕੰਮ ਦੇ ਵਿੱਚ। ਹੁਣ ਮੈਂ ਵੀਰੇ ਰਾਤ ਨੂੰ ਵੀ ਇੱਥੋਂ 11 ਵਜੇ ਗਿਆ ਆਪਣੀ ਨਰਸਰੀ ਤੋਂ, ਇੱਥੋਂ 11 ਵਜੇ ਇੱਥੋਂ ਗਿਆ ਮੈਂ, ਪਰ ਹੁਣ ਮੈਨੂੰ ਬਰਡਨ ਨਹੀਂ ਲੱਗਦਾ ਵੀਰੇ। ਜੌਬ ਦੇ ਵਿੱਚ ਜੇ ਆਪਾਂ 6 ਘੰਟੇ ਵੀ ਕੰਮ ਕਰਾਂਗੇ ਨਾ, ਉਹ ਕੰਮ ਹੀ ਇਦਾਂ ਦਾ ਪ੍ਰੈਸ਼ਰ ਨਾਲ ਹੁੰਦਾ ਕਿ ਆਪਾਂ 6 ਘੰਟਿਆਂ ਦੇ ਵਿੱਚ ਹੀ ਮਤਲਬ ਕਿ ਆਪਣਾ ਸਿਸਟਮ ਉਹ ਹੋ ਜਾਂਦਾ। ਇਹਦੇ ਵਿੱਚ ਕਦੇ ਵੀ ਵੀਰੇ ਬੋਰ ਹੋਣ ਵਾਲਾ ਕੰਮ ਨਹੀਂ ਹੈਗਾ ਵੀਰੇ। ਸਵੇਰੇ ਮੈਂ ਵੀਰੇ 7:30 ਵਜੇ ਇੱਥੇ ਆ ਜਾਣਾ, 7:30 ਤੋਂ 8 ਵਜੇ ਤੱਕ ਇੱਥੇ ਆ ਜਾਣਾ। ਫਿਰ ਮੈਂ ਇੱਥੇ ਵੀਰੇ ਪਲਾਂਟਸ ਹੀ ਆਪਾਂ ਆ ਕੇ ਪਹਿਲਾਂ ਸਾਰਾ ਚੈੱਕਅਪ ਕਰਦੇ ਆਂ ਜੀ, ਕਿਹੜੇ ਪਲਾਂਟਸ ਨੂੰ ਪਾਣੀ ਲਾਉਣ ਵਾਲਾ ਆ ਜਾਂ ਕਿਹੜੇ ਪਲਾਂਟਸ ਨੂੰ ਅੱਜ ਮਤਲਬ ਕਿ ਕੱਲ ਕੁਛ ਟਰੀਟਮੈਂਟ ਕਰਨ ਵਾਲਾ ਆ, ਉਹ ਸਾਰਾ ਵੀਰੇ ਸਾਰਾ ਫਿਰ ਕਸਟਮਰ ਆਉਂਦੇ ਫਿਰ ਉਹਨਾਂ ਨਾਲ ਡੀਲ ਕਰੀਦਾ। ਫਿਰ ਸਾਰਾ ਦਿਨ ਵੀਰੇ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਲੰਘ ਜਾਂਦਾ ਬ੍ਰਦਰ। ਪੂਰਾ ਦਿਨ ਵੀਰੇ ਦੇਣਾ ਪੈਂਦਾ ਇਸ ਕੰਮ 'ਚ। ਇਸ ਕੰਮ 'ਚ ਆਪਾਂ ਅਣਗਹਿਲੀ ਨਹੀਂ ਕਰ ਸਕਦੇ। ਕੋਈ ਹੋਰ ਕਿੱਤਾ ਹੋਵੇ ਨਾ ਵੀਰੇ, ਜਿਵੇਂ ਆਪਣਾ ਕੋਈ ਦੁਕਾਨ ਆ ਜਾਂ ਆਪਾਂ ਕੁਛ ਵੀ ਪਾਈ ਹੋਈ ਆ ਕਰਿਆਨੇ ਦੀ ਕਹਿ ਲਓ ਜਾਂ ਹੋਰ ਵੀ, ਹੁਣ ਜੇ ਆਪਾਂ ਮੇਰੇ ਬੰਦ ਕਰ ਦਈਏ ਤਾਂ ਆਪਾਂ ਸੈਟਰਡੇ ਸੰਡੇ ਨਾ ਓਪਨ ਕਰੀਏ ਤੇ ਆਪਣਾ ਤਾਂ ਬਸ ਉਵੇਂ ਆ ਸ਼ਟਰ ਖੋਲਾਂਗੇ। ਇੱਥੇ ਵੀਰੇ ਜੇ ਆਪਾਂ ਇੱਕ ਦਿਨ ਵੀ ਨੂੰ ਕਿਸੇ ਬੂਟੇ ਨੂੰ ਅੱਜ ਹੁਣ ਪਾਣੀ ਦੀ ਲੋੜ ਆ ਨਾ ਤੇ ਵੀਰੇ ਹੁਣ ਹੀ ਲਾਉਣਾ ਪੈਣਾ ਹੈ। ਇਹ ਨਹੀਂ ਕਹਿ ਸਕਦੇ ਵੀ ਯਾਰ ਕੋਈ ਗੱਲ ਨਹੀਂ ਆਪਾਂ ਹੁਣ ਸ਼ਾਮ ਨੂੰ ਦੇਖ ਲਾਂਗੇ ਜਾਂ ਕੱਲ ਨੂੰ ਦੇਖ ਲਾਂਗੇ ਵੀਰੇ, ਉਹ ਨਹੀਂ। ਇਹਦੇ ਵੀਰੇ 24 ਘੰਟੇ ਆਪਾਂ ਨੂੰ ਬਲਕਿ ਤਿਆਰ ਹੀ ਰਹਿਣਾ ਪੈਂਦਾ ਵੀ ਹਮੇਸ਼ਾ। ਵੀਰੇ ਇਸ ਕੰਮ ਨੂੰ ਸਟਾਰਟ 2015 ਦੇ ਵਿੱਚ ਸਟਾਰਟ ਕੀਤੀ ਸੀ ਤੇ ਵੀਰੇ ਸਹੀ ਚੱਲ ਰਿਹਾ ਕੰਮ ਕਰ। 2019 ਦੇ ਵਿੱਚ ਮਤਲਬ ਕਿ ਮੈਂ ਪੂਰਾ ਇਨਵੋਲਵ ਹੋ ਗਿਆ ਸੀਗਾ। ਪਹਿਲਾਂ ਮਤਲਬ ਕਿ ਇੱਥੇ ਬ੍ਰਦਰ ਹਰੀ ਦੇਖਦੇ ਸੀਗੇ, ਪਰ ਉਸ ਤੋਂ ਬਾਅਦ ਫਿਰ ਮੈਂ ਵੀ ਜਦੋਂ ਇੱਥੇ ਆਣ ਕੇ ਉਹਨਾਂ ਨਾਲ ਅਟੈਚ ਹੋਇਆ ਜਾਂ ਇੱਥੇ ਉਹਨਾਂ ਨਾਲ ਕੰਮ ਕਰਨਾ ਸ਼ੁਰੂ ਕਰਤਾ, ਉਸ ਤੋਂ ਬਾਅਦ ਵੀਰੇ ਫਿਰ ਮੈਂ ਜੌਬ ਛੱਡ ਕੇ ਫਿਰ ਇੱਥੇ ਹੀ ਲੱਗ ਗਿਆ ਕੰਮ। ਇਸ ਟਾਈਮ 4 ਵਰਕਰ ਹੈ ਜੀ ਮੇਰੇ ਕੋਲੇ ਜੋ ਇੱਥੇ ਕੰਮ ਕਰ ਰਹੇ ਨਰਸਰੀ ਦੇ ਵਿੱਚ। ਕੋਈ ਪਾਣੀ ਲਾ ਰਿਹਾ ਜਾਂ ਕੋਈ ਇੱਥੇ ਆਪਣੇ ਸੀਮੈਂਟ ਦੇ ਗਮਲੇ ਬਣਾਉਣੇ ਆ ਜਾਂ ਉਹ ਬਣਾ ਰਿਹਾ, ਜਾਂ ਕੋਈ ਇੱਥੇ ਮੇਨ ਸਮੱਸਿਆ ਇਹ ਵੀ ਹੈਗੀ ਕਿ ਇੱਥੇ ਥੋੜ੍ਹੀ ਜਿਹੀ ਨਾ ਪਾਣੀ ਦੀ ਕਮੀ ਆ, ਉਹ ਪਾਣੀ ਸਾਨੂੰ ਲਿਆਉਣਾ ਪੈਂਦਾ ਕਿਤੋਂ। ਤੇ ਪਰ ਅਸੀਂ ਵੀਰੇ ਉਹ ਉੱਥੋਂ ਲਿਆ ਕੇ ਪਾਣੀ ਤੇ ਇੱਥੇ ਨਰਸਰੀ ਨੂੰ ਕਰਦੇ ਆ। ਵੀ 4 ਵਰਕਰ ਕੰਮ ਕਰ ਰਹੇ ਬ੍ਰਦਰ ਇੱਥੇ। ਤਨਖਾਹ ਸਾਰਿਆਂ ਦੀ ਵੀਰੇ 12 ਤੋਂ 15,000 ਰੁਪਇਆ ਜਿਹੜੇ ਮੈਂ ਇੱਥੇ ਵਰਕਰ ਰੱਖੇ ਹੋਏ ਆ ਸਾਰਿਆਂ ਨੂੰ ਮੇਰੇ। ਹਾਂਜੀ
ਆਪਣੀ ਸੋਚ ਉਹ ਹੋਣੀ ਚਾਹੀਦੀ ਆ ਕਿ ਆਪਣਾ ਖੇਤੀਬਾੜੀ ਦੇ ਨਾਲ, ਜੇ ਹੁਣ ਆਪਾਂ ਖੇਤੀਬਾੜੀ ਅਸੀਂ ਕਰਦੇ, ਚਾਹੇ ਕੋਈ 10 ਕਿੱਲੇ ਵਾਲਾ ਜ਼ਿਮੀਂਦਾਰ ਆ ਵੀਰੇ, ਚਾਹੇ ਕੋਈ 25 ਕਿੱਲੇ ਵਾਲਾ, ਚਾਹੇ ਕੋਈ 100 ਕਿੱਲੇ ਵਾਲਾ, ਉਹਨੇ ਉਸ ਹਿਸਾਬ ਨਾਲ ਹੀ ਖਰਚੇ ਹੁੰਦੇ ਆ। ਖੇਤੀ ਅੱਜ ਕੱਲ੍ਹ ਖੇਤੀ ਦੇ ਖਰਚੇ ਖੇਤੀ 'ਚ ਹੀ ਹੋ ਜਾਂਦੇ ਆ, ਉੱਥੇ ਕੋਈ ਇੰਨਾ ਬਚਦਾ ਰਹਿ ਨਹੀਂ ਗਿਆ। ਪਰ ਇਸ ਨਰਸਰੀ ਤੋਂ ਵੀਰੇ ਸਾਡਾ ਇਹ ਹੋ ਗਿਆ ਕਿ ਸਾਡਾ ਸਾਈਡ ਹੋਣ ਕਰਕੇ ਨਾ, ਵੀ ਸਾਡਾ ਜਿਹੜਾ ਫਾਰਮਿੰਗ ਆ, ਜਿਹੜਾ ਸਾਡੀ ਐਗਰੀਕਲਚਰ ਤੋਂ ਅਸੀਂ ਕਰਦੇ ਆ ਜਾਂ ਸੇਵਿੰਗ, ਉਹ ਪੂਰੀ ਸੇਵ ਹੋ ਜਾਂਦਾ ਹੈ ਵੀਰੇ। ਬਾਕੀ ਨਰਸਰੀ ਤੋਂ ਇੰਨੀ ਕੋਈ ਇਨਕਮ ਅਸੀਂ ਗੇਨ ਕਰਦੇ ਹਾਂ ਵੀ ਇੰਨੀ ਕੋਈ ਇਨਕਮ ਹੋ ਜਾਂਦੀ ਕਿ ਇਹਦੇ ਤੋਂ ਸਾਡੇ ਜਿੰਨੇ ਵੀ ਅਸੀਂ ਪਲਾਂਟਸ ਲਿਆਉਣੇ ਆ ਤੇ ਜਾਂ ਸਾਡੀ ਲੇਬਰ ਦੇ ਖਰਚੇ, ਪਰਿਵਾਰ ਦੇ ਖਰਚ, ਮਤਲਬ ਕਿ ਜੋ ਵੀ ਆਪਣੇ ਘਰੇਲੂ ਲੋੜਾਂ ਹੁੰਦੀਆਂ ਨੇ, ਉਹ ਸਾਰੇ ਵੀਰੇ ਮਤਲਬ ਕਿ ਵਧੀਆ ਇਹਦੇ ਤੋਂ ਅਸੀਂ ਚੱਲ ਰਹੇ ਆ ਵੀਰੇ। ਇਹਦੇ ਵਿੱਚੋਂ ਵੀਰੇ ਇੱਕ ਮੈਂ ਇਹ ਗੱਲ ਐਡ ਕਰਨਾ ਚਾਹਣਾ, ਤੁਹਾਨੂੰ ਦੱਸਣਾ ਚਾਹਣਾ ਕਿ ਕੋਈ ਵੀ ਆਪਾਂ ਕੰਮ ਸ਼ੁਰੂ ਕਰਨਾ ਹੈ, ਉਹਦੇ ਵਿੱਚ ਆਪਾਂ ਨੂੰ ਪ੍ਰੋਪਰ ਉਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਜੇ ਤੁਸੀਂ ਉਸ ਕੰਮ ਤੋਂ ਤੁਸੀਂ ਜਾਣੂ ਹੋ, ਫਿਰ ਹੀ ਕਿਸੇ ਕੰਮ 'ਚ ਆਪਾਂ ਸਫਲ ਹੋ ਸਕਦੇ ਹਾਂ। ਜੇ ਆਪਾਂ ਆਪਣੇ ਕਰਿੰਦਿਆਂ ਤੇ ਜਾਂ ਆਪਣੇ ਕਿਸੇ ਤੇ ਵੀ ਛੱਡ ਕੇ ਇਹ ਕੰਮ ਕਰਾਂਗੇ ਤਾਂ ਆਪਾਂ ਕੋਈ ਵੀ ਕੰਮ 'ਚ ਆਪਾਂ ਸਫਲ ਨਹੀਂ ਹੋ ਸਕਦੇ। ਖੁਦ ਨੂੰ ਮੇਰੇ ਤਜਰਬਾ ਹੋਣਾ ਚਾਹੀਦਾ ਕਿਸੇ ਵੀ ਕੰਮ ਪ੍ਰਤੀ, ਤਾਂ ਹੀ ਆਪਾਂ ਇਹਦੇ ਸਫਲ ਹੋ ਸਕਦੇ ਹਾਂ। ਜਿਵੇਂ ਇੱਥੇ ਮੇਰੇ ਕੋਈ ਕਸਟਮਰ ਆਉਂਦੇ ਨੇ ਤਾਂ ਉਹ ਮੈਂ ਆਪਦੇ ਵਰਕਰਾਂ ਨੂੰ ਨਹੀਂ ਕਹਿੰਦਾ ਵੀ ਤੁਸੀਂ ਡੀਲ ਕਰੋ, ਜਿੰਨਾ ਵੀ ਆਪਣੇ ਸਾਰੇ ਦਿਨ 'ਚ ਕੋਈ ਵੀ ਵਰਕਰ ਆਉਂਦਾ, ਖੁਦ ਮੈਂ ਨਾਲ ਜਾਂਦਾ, ਖੁਦ ਮੈਂ ਉਹਨਾਂ ਨੂੰ ਦੱਸਦਾ ਵੀ ਇਸ ਪਲਾਂਟ ਬਾਰੇ ਵੀ ਤੁਸੀਂ ਇਹ ਪਲਾਂਟ ਲਾ ਕੇ ਜਾਓ। ਕਿਉਂਕਿ ਜਿਹੜੇ ਵੀ ਆਪਣੇ ਕਸਟਮਰ ਆ ਨਾ ਮੇਰੇ, ਉਹ ਆਪਾਂ ਉਹਨਾਂ ਦੀਆਂ ਪਹਿਲਾਂ ਤਾਂ ਮੈਂ ਉਹਨਾਂ ਦੀਆਂ ਨੀਡ ਜਾਣਨਾ ਵੀ ਉਹ ਕਿੱਦਾਂ ਦਾ ਪੌਦਾ ਲੈਣਾ ਚਾਹੁੰਦੇ ਆ। ਫੋਰ ਐਗਜ਼ਾਮਪਲ ਕਿਵੇਂ ਆਪਣੇ ਪਿੰਡ ਨੇ, ਪਿੰਡਾਂ ਦੇ ਵਿੱਚ ਵੀਰੇ ਆਪਣਾ ਬਾਹਰ ਵਿਹੜੇ ਖੁੱਲ੍ਹੇ ਹੁੰਦੇ ਆ, ਜਾਂ ਉਹ ਧੁੱਪ ਵਾਲਾ ਪੌਦਾ ਲਾਉਣਾ ਚਾਹੁੰਦੇ ਆ, ਜਾਂ ਇੰਡੋਰ ਪਲਾਂਟ ਲਾਉਣਾ ਚਾਹੁੰਦੇ ਆ, ਜਾਂ ਉਹ ਟੈਰਸ ਦੇ ਉੱਪਰ ਰੱਖਣਾ ਚਾਹੁੰਦੇ ਆ। ਫਿਰ ਉਹਨਾਂ ਦੀ ਨੀਡ ਦੇ ਅਕੋਰਡਿੰਗ ਮੈਂ ਉਹਨਾਂ ਨੂੰ ਬਲਕਿ ਪੌਦੇ ਦੇਣਾ, ਕਿਉਂਕਿ ਜਿਹੜਾ ਵੀਰੇ ਆਊਟਡੋਰ ਚੱਲੂਗਾ ਪੌਦਾ, ਉਹ ਇੰਡੋਰ ਨਹੀਂ ਚੱਲੂਗਾ, ਜਿਹੜਾ ਇੰਡੋਰ ਚੱਲਦਾ ਹੋਇਆ ਵੀਰੇ ਆਊਟਡੋਰ ਨਹੀਂ ਚੱਲੂਗਾ। ਇਸ ਕੰਮ ਦੀ ਵੀਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਆ ਵੀ ਆਪਾਂ ਕਸਟਮਰ ਨੂੰ ਪੂਰਾ ਕਿਵੇਂ ਸੰਤੁਸ਼ਟ ਕਰਨਾ ਆ, ਤਾਂ ਹੀ ਆਪਾਂ ਮੇਰੇ ਕੰਮ 'ਚ ਸਫਲ ਹੋ ਸਕਦੇ। ਜੇ ਕਹਿ ਦਈਏ ਕਿ ਆਪਾਂ ਹੁਣ ਵੀ ਮੈਂ ਇੱਥੇ ਆਉਣਾ, ਮੈਂ ਕੁਰਸੀ ਤੇ ਬੈਠਾ ਰਵਾਂ ਤੇ ਮੇਰਾ ਕੰਮ ਅੰਦਰੋਂ ਸਾਰਾ ਸਹੀ ਹੋ ਰਿਹਾ, ਫਿਰ ਆਪਾਂ ਮੇਰੇ ਕੰਮ 'ਚ ਸਫਲ ਨਹੀਂ ਹੋ ਸਕਦਾਂਗੇ। ਸਫਲ ਤਾਂ ਹੀ ਹੋਵਾਂਗੇ ਜੇ ਆਪਾਂ 24 ਘੰਟੇ ਜਾਂ 7 ਦਿਨ ਜਾਂ ਜਿੰਨਾ ਵੀ ਆਪਣਾ ਟਾਈਮ ਇਹਨੂੰ ਦੇ ਸਕੀਏ, ਫਿਰ ਹੀ ਮੇਰੇ ਕੰਮ 'ਚ ਆਪਾਂ ਸਫਲ ਹੋ ਸਕਦੇ ਹਾਂ।